ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਾਫੀ ਲਈ ਫੇਰ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਨੇ ਤੇ ਅੱਜ ਜੇ ਅਕਾਲ ਤਖਤ ਕਰੀ ਜਾ ਰਿਹਾ ਮਾਫ ਕਰ ਦਿਓ ਹੁਣ ਤਿਰੰਗਾ ਵਾਂਗੂ ਬਾਕੀ ਲੋਕ ਵੀ ਬੋਲੇ ਹੋ ਗਏ ਲੱਗਦੇ ਜਿਹੜੇ ਸੁਣੀ ਨਹੀਂ ਰਹੇ। ਕੀ ਕਹਿਣਾ ਚਾਹੋਗੇ ਤੁਸੀਂ? ਦਿਲਵਾਗ ਜੀ ਮੈਂ ਨਾ ਅੱਜ ਜਦੋਂ ਇਹ ਖਬਰ ਪੜ੍ਹ ਰਹੀ ਸੀਗੀ ਨਿੱਜੀ ਤੌਰ ਤੇ ਮੇਰੇ ਆਪਣੇ ਨਿੱਜੀ ਵਿਚਾਰ ਨੇ, ਇਹਦੇ ਨਾਲ ਵੱਡੀ ਗਿਣਤੀ ਲੋਕ ਅਸਹਿਮਤ ਹੋ ਸਕਦੇ ਆ, ਤੁਸੀਂ ਵੀ ਇਹਦੇ ਨਾਲ ਸਹਿਮਤ ਨਹੀਂ ਹੋਵੋਗੇ ਸ਼ਾਇਦ। ਮੈਂ ਇਹ ਸੋਚ ਰਹੀ ਸੀ ਕਿ ਲੰਗਾ ਨੇ ਜੋ ਕੀਤਾ ਉਹ ਨਿੱਜੀ ਤੌਰ ਤੇ ਉਹਨੇ ਆਪਣੀ ਨੈਤਿਕਤਾ ਦੇ ਨਿਘਾਰ ਦਾ ਉਹਨੇ ਪ੍ਰਦਰਸ਼ਨ ਕੀਤਾ। ਨਿੱਜੀ ਤੌਰ ਤੇ ਉਹਦਾ ਪਰਸਨਲ ਇੱਕ ਇਸ਼ੂ ਸੀ, ਮੈਟਰ ਸੀ, ਜਿਹਦੇ ਨਾਲ ਉਹਦੇ ਆਲੇ ਦੁਆਲੇ ਨਾਲ ਜੁੜੇ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਤਕਲੀਫ ਵੀ ਹੋਈ, ਸ਼ਰਮਿੰਦਗੀ ਵੀ ਹੋਈ। ਜਿਹੜਾ ਸਰਸੇ ਵਾਲੇ ਸਾਧ ਨੇ ਜਿਹੜਾ ਕਰਤੂਤ ਕੀਤੀ ਸੀ, ਕਿਵੇਂ ਸਾਰਾ ਜਾਣਾ ਬਾਣਾ ਸਾਰਾ ਕੁਛ ਕਿਵੇਂ ਚੋਰ ਮੋਰੀਆਂ ਰਾਹ ਲੱਭ ਕੇ ਉਹਨੂੰ ਮਾਫੀ ਦਵਾਈ ਗਈ। ਉਦੋਂ ਵੱਡਾ ਗੁਨਾਹ ਤਾਂ ਲੰਗਾ ਦਾ ਨਹੀਂ ਹੈ। ਦੂਸਰੀ ਗੱਲ, ਜੇ ਚੱਡੇ ਨੂੰ ਮਾਫ ਕੀਤਾ ਜਾ ਸਕਦਾ ਉਹਨੂੰ ਤੁਸੀਂ ਸ਼ਾਮਲ ਕਰ ਸਕਦੇ ਹੋ ਤੇ ਲੰਗਾ ਨੂੰ ਕਿਉਂ? ਬਿਲਕੁਲ ਮੇਰੇ ਆਪਣੇ ਮੇਰੇ ਮਨ ਚ ਸਵਾਲ ਹੈ ਨਿੱਜੀ ਤੌਰ ਤੇ ਉਹਨੇ ਜੋ ਕੀਤਾ ਉਹਦਾ ਨਿਘਾਰ ਹੈ, ਉਹਦੇ ਆਪਣੀ ਨੈਤਿਕਤਾ ਦਾ ਉਹਦੇ ਚਰਿੱਤਰ ਦੇ ਵਿੱਚ ਇੱਕ ਨਿਘਾਰ ਆ ਗਿਆ, ਉਹਦੇ ਕਰਕੇ ਉਹ ਸਾਰਾ ਕੁਛ ਉਹਨੇ ਕੀਤਾ। ਉਹ ਜਿਹਾ ਕੁਝ ਚੱਡੇ ਨੇ ਕੀਤਾ। ਪਰ ਇੱਕ ਗੱਲ ਇਹ ਵੀ ਆ, ਅਸੀਂ ਜਿਹੜੀ ਸੁਸਾਇਟੀ 'ਚ ਰਹਿ ਰਹੇ ਹਾਂ, ਜਿਹੜਾ ਫੜਿਆ ਗਿਆ ਉਹ ਚੋਰ ਆ, ਬਾਕੀ ਸਾਰੇ ਸਾਧ ਨੇ ਜੀ। ਲੰਗਾ ਪਤਾ ਕਿ ਕੀ ਕੁਛ ਹੁੰਦਾ ਜੀ। ਲੰਗਾ ਜਿਹੜੇ ਨੇ ਉਹ ਪੱਲਾ ਪਾ ਕੇ ਆ ਰਹੇ ਨੇ। ਤੁਹਾਡਾ ਕਹਿਣ ਤੋਂ ਭਾਵ ਕਿ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਤੁਲਨਾ ਕੀਤੀ ਹੈ ਕਿ ਸਰਸੇ ਵਾਲਾ ਜਿਹੜਾ ਬਲਾਤਕਾਰੀ ਸਾਧ ਹੈ, ਹਾਂਜੀ, ਉਹਨੇ ਜੋ ਕੀਤਾ ਹੈ ਉਹਨੂੰ ਤਾਂ ਤੁਸੀਂ ਜੋ ਜਿਸ ਤਰੀਕੇ ਨਾਲ ਮੁੰਬਈ ਫਿਲਮ ਨਗਰੀ, ਹਾਂਜੀ, ਮੁੰਬਈ ਫਿਲਮ ਨਗਰੀ ਤੱਕ ਜਾ ਆਏ ਹੋ, ਹਾਂਜੀ, ਤੇ ਉੱਥੋਂ ਦੀ ਆਇਆ ਕਿਵੇਂ ਕਿਸ ਤਰੀਕੇ ਦੇ ਨਾਲ, ਨਾ ਕੋਈ ਦਾੜੀ ਨਾ ਮੁੱਛ, ਉਹਨਾਂ ਦੇ ਕੋਲੋਂ ਤੁਸੀਂ ਜਿਸ ਤਰੀਕੇ ਦੇ ਨਾਲ ਚਿੱਠੀਆਂ ਆਈਆਂ ਉੱਥੋਂ, ਤੇ ਉਹਨੂੰ ਮਾਫੀ ਦਿਵਾਉਣ ਵਾਸਤੇ ਜੋ ਕਾਲਾ ਵਾਲਾ ਕੀਤਾ। ਹੁਣ ਵਰਦੀ ਜਿਹੜੀ ਉਹਨੇ ਪਾਈ ਸੀ ਕਹਿੰਦੇ ਉਹ ਵੱਡਿਆਂ ਨੇ ਦਿੱਤੀ ਸੀ, ਕੀ ਕਰੀਏ ਹੁਣ, ਉੱਧਰ ਨੂੰ ਵੀ ਤਾਂ ਮਾਮਲਾ ਜੁੜਦਾ ਨਾ। ਤੇ ਬਾਕੀ ਚੱਠੇ ਵਾਲੀ ਗੱਲ ਕੀਤੀ ਆ ਤੇ ਚੱਠੇ ਵਰਗੇ ਹੋਰ ਬਥੇਰੇ ਨੇ। ਉਹੀ ਤੇ ਹੈ ਨਾ, ਜਿਹੜੇ ਫੜੇ ਗਏ ਉਹ ਚੋਰ ਨੇ, ਤੇ ਜਿਹੜੇ ਤੁਹਾਨੂੰ ਲੱਗਦਾ ਕਿ ਸਿਆਸੀ ਤੌਰ ਤੇ ਜਿਹੜੇ ਕਬਜ਼ਾਧਾਰੀ ਨੇ ਵੱਡੀਆਂ ਸੰਸਥਾਵਾਂ ਦੇ, ਉਹਨਾਂ ਨੂੰ ਲੱਗਦਾ ਕਿ ਸਿਆਸੀ ਤੌਰ ਤੇ ਇਸ ਬੰਦੇ ਦਾ ਸਾਨੂੰ ਫਾਇਦਾ ਹੋ ਸਕਦਾ, ਇਸ ਕਰਕੇ ਇਹਨੂੰ ਕਲੀਨ ਚਿੱਟ ਦੇ ਦਿਓ, ਇਹਨੂੰ ਬਚਾ ਲਓ। ਜਿਹਦਾ ਲੱਗਦਾ ਕਿ ਹੁਣ ਇਹ ਚੱਲਿਆ ਹੋਇਆ ਕਾਰਤੂਸ ਆ, ਉਹਨੂੰ ਫਿਰ ਤੁਸੀਂ ਹਾਸ਼ੀਏ ਦੇ ਉੱਤੇ ਧੱਕਿਆ ਹੋਇਆ। ਠੀਕ, ਸੋ ਲਗਾ ਇਹੀ ਸੁਨੇਹਾ ਜਾ ਰਿਹਾ ਜੀ। ਲਗਾ ਦੋਸਤੋ ਇੱਕ ਵਾਰੀ ਫਿਰ ਤੋਂ ਅਕਾਲ ਤਖਤ ਸਾਹਿਬ ਤੇ ਪੁੱਜੇ ਨੇ ਮਾਫੀ ਵਾਸਤੇ। ਸੋ ਬੇਅਦਬੀ ਮਾਮਲਿਆਂ ਤੇ ਸਿਆਸਤ ਹੀ ਸਿਆਸਤ ਬਦਲ ਕੇ ਕਾਨੂੰਨੀ ਕਾਰਵਾਈ ਕਰਨਗੇ BJP ਬਾਦਲਾਂ ਦੇ ਹੱਕ ਦੇ ਵਿੱਚ। ਹਾਂ, ਕੱਲ ਗੁੱਡ ਮਾਰਨਿੰਗ ਦੇ ਵਿੱਚ ਮੈਂ ਇੱਕ ਵਾਅਦਾ ਕੀਤਾ ਸੀ ਕਿ ਮੈਂ ਸਰਦਾਰ ਬੇਅੰਤ ਸਿੰਘ ਧਾਲੀਵਾਲ ਜਿਨ੍ਹਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਨਵਜੋਤ ਸਿੱਧੂ ਨੇ ਆਪਣੀ ਸ਼ਾਖ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਗਵਾ ਲਈ ਹੈ, ਤੇ ਸਰਦਾਰ ਬੇਅੰਤ ਸਿੰਘ ਧਾਲੀਵਾਲ ਇੱਥੇ ਦੀ ਇੱਕ ਉੱਘੇ ਬਿਜ਼ਨਸਮੈਨ ਨੇ। ਵੈਸੇ ਸਾਨੂੰ ਉਹਨਾਂ ਕਦੀ ਬਿਜ਼ਨਸ ਤਾਂ ਨਹੀਂ ਦਿੱਤਾ, ਇਸ ਕਰਕੇ ਸ਼ਾਇਦ ਹੋ ਸਕਦਾ ਕਿ ਕੱਲ੍ਹ ਜਿਹੜੀ ਮੈਂ ਉਹਨਾਂ ਨੂੰ ਗੱਲ ਕੀਤੀ ਸੀ, ਕਦੇ ਪਹਿਲੀਆਂ ਦੇ ਵਿੱਚ ਕਦੇ ਜਦੋਂ ਰੇਡੀਓ ਹੁੰਦੇ ਸੀ ਉਦੋਂ ਸਮਝ ਲਓ ਕਿ ਓਪਨਿੰਗ ਦੇ ਵੇਲੇ ਸ਼ਾਇਦ ਹੋ ਸਕਦਾ ਉਦੋਂ ਇਕੱਠੇ ਸਨ ਦੋ ਸੱਜਣ, ਕਿਤੇ ਹੋਕਾ ਮਾੜਾ ਜਿਹਾ ਹੋਇਆ ਹੋਵੇ। ਤੇ ਮੈਂ ਜਦੋਂ ਉਹਨਾਂ ਨੂੰ ਕੱਲ੍ਹ ਕਾਲ ਕੀਤੀ ਸੀ, ਵਾਅਦਾ ਕੀਤਾ ਸੀ ਵੀ ਬਿਆਨ ਤੁਸੀਂ ਬਹੁਤ ਵਧੀਆ ਦਿੱਤਾ ਹੈ ਕਿ ਤੁਸੀਂ ਅਕਾਲੀ ਨੇਤਾ ਦੇ ਬਿਹਾਫ 'ਤੇ ਦਿੱਤਾ ਹੈ, ਤੁਸੀਂ ਇੱਥੇ ਅਕਾਲੀ ਦਲ ਦੇ ਹੋ। 2:45 ਤੇ 7 ਮਿੰਟ ਮੇਰੀ ਗੱਲ ਹੋਈ ਉਹਨਾਂ ਨਾਲ, ਤੇ ਉਹ ਉਹੀ ਰਾਗ ਲਾਪ ਰਹੇ ਸੀ ਜਿਹੜਾ ਅਖਬਾਰ ਦੇ ਵਿੱਚ ਛਪਿਆ। ਮੈਂ ਕਿਹਾ ਤੁਸੀਂ ਬਹੁਤ ਵਧੀਆ ਕੀਤਾ ਹੈ, ਤੁਸੀਂ ਅਖਬਾਰ ਦੇ ਵਿੱਚ ਆਪਣਾ ਬਿਆਨ ਦਿੱਤਾ, ਹੁਣ ਸਾਡਾ ਮੀਡੀਆ ਦਾ ਫਰਜ਼ ਬਣਦਾ ਕਿ ਤੁਹਾਡੇ ਕੋਲ ਹੋਰ ਸਵਾਲ ਵੀ ਪੁੱਛ ਲਈਏ। ਉਹ ਉੱਥੇ ਹੀ ਰਹੇ ਮੁੜ ਕੇ। ਫਿਰ ਮੈਂ ਜੀ ਕਿਸੇ ਰੇਡੀਓ 'ਤੇ ਨਹੀਂ ਆਉਣਾ, ਕਿਸੇ ਰੇਡੀਓ 'ਤੇ ਨਹੀਂ ਆਉਣਾ, ਮੈਂ ਕਿਸੇ ਰੇਡੀਓ 'ਤੇ ਜਾਂਦਾ ਨਹੀਂ, ਮੈਂ ਕਿਸੇ ਟੈਲੀਵਿਜ਼ਨ 'ਤੇ ਨਹੀਂ ਜਾਂਦਾ, ਜਦੋਂ ਕਿ ਇਹ ਸੱਚਾਈ ਹੈ ਕਿ ਜਿਨ੍ਹਾਂ ਨਾਲ ਸੁਰਾਂ ਰਲਦੀਆਂ ਨੇ ਉੱਥੇ ਨੇਤਾ ਲੋਕ ਜਾਂਦੇ ਨੇ। ਮੈਂ ਕਿਹਾ ਤੁਸੀਂ ਇਹ ਬਿਆਨ ਜਿਹੜਾ ਦਿੱਤਾ ਹੈ ਅਕਾਲੀ ਦਲ ਦੇ ਬਿਹਾਫ 'ਤੇ ਦਿੱਤਾ ਹੈ ਜਾਂ ਥੱਲੇ ਲਿਖਿਆ ਗਿਆ ਕਿ ਤੁਸੀਂ ਸੋਸ਼ਲ ਵਰਕਰ ਹੋ, ਇੱਕ ਬਿਜ਼ਨਸਮੈਨ ਹੋ? ਤਾਂ ਉਹਨੇ ਜਵਾਬ ਨਹੀਂ ਦੇ ਸਕੇ। ਨਹੀਂ ਜੀ, ਜੋ ਸਿੱਧੂ ਨੇ ਕੀਤਾ ਉਹ ਤਾਂ ਸਿੱਧੂ ਨੇ ਕੀਤਾ, ਤੁਸੀਂ ਕਹਿ ਦਿੱਤਾ, ਤੇ ਬਾਕੀ ਜਿਹੜੇ ਸਿੱਧੂ ਉੱਥੇ ਨੇ ਉਹਨਾਂ ਦੀ ਵੀ ਤਾਂ ਗੱਲਬਾਤ ਕਰੀਏ। ਸੋ ਸਰਦਾਰ ਬੇਅੰਤ ਸਿੰਘ ਧਾਲੀਵਾਲ ਇੰਨੀ ਗੱਲ ਕਹੀ ਉਹਨਾਂ ਨੇ ਕਿ ਮੈਂ ਕਿਸੇ ਰੇਡੀਓ 'ਤੇ ਨਹੀਂ ਜਾਣਾ, ਨਾ ਕਿਸੇ ਟੈਲੀਵਿਜ਼ਨ 'ਤੇ ਜਾਣਾ। ਹੁਣ ਤੁਸੀਂ ਬਾਜ ਅੱਖ ਰੱਖਿਓ, ਜੇ ਕਿਸੇ ਰੇਡੀਓ ਟੈਲੀਵਿਜ਼ਨ 'ਤੇ ਆਏ ਤਾਂ ਫਿਰ ਆਪਾਂ ਫਿਰ ਪੁੱਛ ਲਾਂਗੇ ਭਾਈ ਜੀ ਇਹਦਾ ਮਤਲਬ ਤੁਸੀਂ ਰਲੀਆਂ ਚੁੱਕਦੇ ਹੋ, ਦੂਜਿਆਂ ਨੂੰ ਜਿਹੜੇ ਸਵਾਲ ਕਰਨ ਵਾਲੇ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੰਦੇ, ਜਾਂ ਫਿਰ ਕੈਮਰਾ ਲੈ ਕੇ ਚੱਲ ਜਾਂਗੇ ਜਿਵੇਂ
ਅਕਾਲੀ ਦਲ ਵਾਲੇ ਇੱਥੇ ਆਉਂਦੇ ਹੁੰਦੇ, ਫਿਰ ਆਪਾਂ ਲੱਭ ਲੈਂਦੇ ਹੁੰਦੇ ਕੈਮਰੇ ਲੈ ਕੇ। ਸੋ ਪਤਾ ਹੀ ਹੈ ਨਾ, ਬਾਰਬੀਕਿਊ ਹੁੰਦੇ, ਫਿਰ ਉੱਥੇ ਜਾ ਕੇ ਫਿਰ ਰੰਗ ਚਿਹਰੇ ਦੇ ਉੱਡ ਜਾਂਦੇ, ਜਾਂ ਕਾਂਗਰਸੀਆਂ ਦੇ ਰੰਗ ਉੱਡ ਜਾਂਦੇ। ਸਵਾਲ ਦਾ ਇਹਨਾਂ ਜਵਾਬ ਇੱਕ ਰੇਡੀਓ 'ਤੇ ਦੇ ਦਿੱਤੇ, ਇੱਕ ਟੈਲੀਵਿਜ਼ਨ 'ਤੇ ਦੇ ਦਿੱਤੇ ਜਿੱਥੇ ਚੁੱਕਦੀਆਂ ਨੇ, ਅਤੇ ਜਿੱਥੇ ਸਵਾਲਾਂ ਦਾ ਸਿਲਸਿਲਾ ਜਾਰੀ ਹੋਣਾ ਉੱਥੇ ਫਿਰ ਤੁਸੀਂ ਨਹੀਂ ਆਉਂਦੇ। ਉਹਨਾਂ ਨੇ ਕਿਹਾ ਮੈਨੂੰ ਜਿਹੜੀ ਗੱਲ ਆ ਕਿ ਮੈਂ ਤੁਹਾਨੂੰ ਕਾਲ ਕਰਦਾ, ਮੈਂ ਉਹਨਾਂ ਦੀ ਕਾਲ ਦਾ ਇੰਤਜ਼ਾਰ ਕਰ ਰਿਹਾ। ਸਤਿਕਾਰਯੋਗ ਨੇ, ਉਹ ਬਿਜ਼ਨਸਮੈਨ ਨੇ, ਪਰ ਉਹ ਅਕਾਲੀ ਦਲ ਤੋਂ ਜਿਹੜਾ ਹੈ ਉਹ ਅਸਤੀਫਾ ਦੇ ਚੁੱਕੇ ਨੇ ਪ੍ਰਧਾਨ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਅਣਪਛਾਤੀ ਪੁਲਿਸ ਵਾਲਾ ਮਾਮਲਾ ਸੀ, ਉਦੋਂ ਵੀ ਕਾਲ ਕੀਤੀ ਸੀ, ਤਾਂ ਕਹੀ ਚਾਵਲਾ ਜੀ ਮੈਂ ਤਾਂ ਅਸਤੀਫਾ ਦੇ ਦਿੱਤਾ। ਉਦੋਂ ਬਾਅਦ ਵੀ ਉਹਨਾਂ ਦੇ ਬਿਆਨ ਛਾਪਦੇ ਰਹੇ, ਜਿਹਦੀ ਕਟਿੰਗ ਸਾਡੇ ਕੋਲ ਹੈ। ਸੋ ਜੇ ਉਹ ਸਪਸ਼ਟੀਕਰਨ ਜਿਹੜਾ ਵੀ ਉਹਨਾਂ ਨੇ ਬਿਆਨ ਦਿੱਤਾ ਉਹਦੇ 'ਤੇ ਉਹੀ ਸਵਾਲ ਸਾਡੇ ਨਾਲ ਕਰਨਾ ਚਾਹਣ, ਕਿਉਂਕਿ ਸਾਡਾ ਹੱਕ ਬਣਦਾ ਉਹਨਾਂ ਕੋਲ, ਜਦੋਂ ਬਿਆਨ ਛਾਪਿਆ ਉਹਨਾਂ ਨੇ ਦਿੱਤਾ ਹੈ ਤਾਂ ਪੁੱਛੀਏ। ਨੰਬਰ ਹੈ 4161167794। ਮੇਰੇ ਖਿਆਲ 'ਚ ਉਹਨਾਂ ਦੇ ਫੋਨ 'ਤੇ ਕੱਲ੍ਹ ਗਿਆ ਹੀ ਹੋਣਾ। 416 716 77 94 ਜਾਂ 905 813 1320 ਤੇ ਕਾਲ ਕੀਤਾ ਜਾ ਸਕਦਾ। ਬੇਅਦਬੀ ਮਾਮਲਿਆਂ ਦੀ ਗੱਲ ਚੱਲੀ ਤਾਂ ਫਿਰ ਗੱਲ ਯਾਦ ਆ ਗਈ, ਸਿਆਸਤ ਹੀ ਸਿਆਸਤ। ਬਾਦਲ ਕੇ ਕਾਨੂੰਨੀ ਕਾਰਵਾਈ ਕਰਨਗੇ, ਬੀਜੇਪੀ ਬਾਦਲਾਂ ਦੇ ਹੱਕ ਦੇ ਵਿੱਚ। ਰੂਸੀਆਂ ਸਰਕਾਰਾਂ ਮੰਨ ਗਈਆਂ, ਕੀ ਕਹਿਣਾ ਚਾਹੋਗੇ? ਦਿਲਬਾਗ ਜੀ, ਪਹਿਲਾਂ ਬੀਜੇਪੀ ਵਾਲਿਆਂ ਦੀ ਗੱਲ ਕਰੀਏ ਕਿ ਬੀਜੇਪੀ ਦੇ ਕੁਝ ਆਗੂ ਜਿਹੜੇ ਥੋੜੀ ਜਿਹੀ ਨਰਮ ਸੁਰ ਰੱਖਦੇ ਨੇ, ਜਿਹੜੇ ਪੁਰਾਣੇ ਨੇ, ਜਿਹੜੇ ਆਪਣੇ ਆਪ ਨੂੰ ਟਕਸਾਲੀ ਬੀਜੇਪੀ ਦੇ ਆਗੂ ਕਹਿੰਦੇ ਨੇ, ਉਹਨਾਂ ਵਿੱਚੋਂ ਹੀ ਮਦਨ ਮੋਹਨ ਮਿੱਤਲ ਹੋਰਾਂ ਦਾ ਨਾਮ ਆ। ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ, ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰੀ ਬੇਅਦਬੀ ਨਹੀਂ ਕਰਾ ਸਕਦੇ, ਇਹ ਕਾਂਗਰਸ ਦੀ ਹੀ ਕਾਰਸਤਾਨੀ ਸੀ, ਕਾਂਗਰਸ ਨੇ ਹੀ ਇਹ ਸਾਰਾ ਕੁਝ ਕਰਾਇਆ। ਤੇ ਅੱਜ ਵੋਟਾਂ ਲੈਣ ਦੀ ਖਾਤਰ ਚੋਣ ਵਰ੍ਹਾ ਚੱਲ ਰਿਹਾ, ਆਖਰੀ 6-7 ਮਹੀਨੇ ਜਿਹੜੇ ਚੱਲ ਰਹੇ ਆ, ਉਹਦੇ ਵਿੱਚ ਕਾਂਗਰਸ ਇਹੋ ਜਿਹੀਆਂ ਸਰਗਰਮੀਆਂ ਤੇਜ਼ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰੇਗੀ। ਮੈਂ ਸਪਸ਼ਟ ਤੌਰ ਦੇ ਉੱਤੇ ਕਹਿੰਦਾ ਕਿ ਦੋਵੇਂ ਬਾਦਲ ਜਿਹੜੇ ਨੇ ਉਹ ਬੇਅਦਬੀ ਵਰਗੀ ਘਟਨਾ ਨੂੰ ਅੰਜਾਮ ਨਹੀਂ ਦਿਵਾ ਸਕਦੇ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕਿਹਾ। ਮਾਸਟਰ ਮੋਹਨ ਲਾਲ ਹੋਰਾਂ ਦੇ ਵੀ ਕੁਝ ਇਹੋ ਜਿਹੇ ਨਰਮ ਰੁਖ ਵਾਲੇ ਪਿਛਲੇ ਦਿਨੀ ਬਿਆਨ ਆਏ ਨੇ। ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਨਾਮ ਤਾਂ ਨਹੀਂ ਲਿਆ, ਪਰ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਝਲਕਦਾ ਕਿ ਕੋਈ ਨਾ ਕੋਈ ਸੌਫਟ ਕਾਰਨਰ ਜਿਹੜਾ ਉਹ ਵੱਡੇ ਬਾਦਲ ਤੇ ਛੋਟੇ ਬਾਦਲ ਪ੍ਰਤੀ ਹਾਲੇ ਵੀ ਰੱਖਦੇ ਨੇ। ਜਿਹੜੀ ਕਾਨੂੰਨੀ ਕਾਰਵਾਈ ਦੀ ਗੱਲ ਆ, ਉਹ ਤੇ ਪਹਿਲੇ ਦਿਨ ਤੋਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜੀ ਟੀਮ ਪੁੱਛਗਿੱਛ ਕਰਨ ਗਈ ਸੀ, ਉਹਦੇ 'ਚ ਜਿਹੜੇ ਮੈਂਬਰ ਗਏ ਨੇ, ਵਿਜੇ ਸਿੰਗਲਾ ਹੋਰੀ, ਜਿਹੜੇ 22 ਜੂਨ ਨੂੰ ਰਿਟਾਇਰਡ ਹੋ, ਕਹਿੰਦੇ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਇੱਕ ਹੋਰ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਨੇ ਜਤਿੰਦਰ ਵੀਰ ਹੋਰੀ, ਇਹ ਦੋਵੇਂ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਉੱਥੇ ਗਏ ਨੇ। ਤੇ ਹੁਣ ਅਕਾਲੀ ਦਲ ਬਾਦਲ ਜਿਹੜਾ ਉਹ ਦੋਸ਼ ਲਾ ਰਿਹਾ ਕਿ ਇਹਨਾਂ ਦਾ ਤੇ ਨਾਮ ਹੀ ਨਹੀਂ ਸੀ ਸਿੱਟ ਦੇ ਵਿੱਚ, ਫਿਰ ਇਹਨਾਂ ਨਵੇਂ ਮੈਂਬਰਾਂ ਨੂੰ ਕਿਵੇਂ ਲਿਆ ਗਿਆ, ਕਿਹੜੀ ਅਥਾਰਟੀ ਆ ਜਿਹਨੇ ਇਹਨਾਂ ਨੂੰ ਅਪੁਆਇੰਟ ਕੀਤਾ। ਉਹ ਸਾਰੇ ਦੇ ਸਾਰੇ ਮਾਮਲੇ ਦੀ ਜਾਂਚ ਕਰਾਉਣ ਵਾਸਤੇ ਕਿ ਹਾਈ ਕੋਰਟ ਦੇ ਨਿਯਮਾਂ ਦੀਆਂ ਇਹਨਾਂ ਨੇ ਹਾਈ ਕੋਰਟ ਦੇ ਆਦੇਸ਼ ਦੀ ਉਲੰਘਣਾ ਕੀਤੀ ਆ, ਅਸੀਂ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਾਵਾਂਗੇ। ਤੇ ਇੱਕ ਗੱਲ ਹੋਰ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਹੁਣ ਜਿਵੇਂ ਦਿੱਲੀ ਦੇ ਵਿੱਚ ਸਾਰੀ ਦੀ ਸਾਰੀ ਪੰਜਾਬ ਦੀ ਸਰਕਾਰ ਉੱਥੇ ਬੈਠੀ ਰਹੀ, ਕਿਵੇਂ ਇੱਕ ਵਿਧਾਇਕਾਂ ਨਾਲ, ਮੰਤਰੀਆਂ ਨਾਲ, ਕਾਂਗਰਸੀ ਆਗੂਆਂ ਨਾਲ ਹਾਈ ਕਮਾਂਡ ਦੀਆਂ ਮੀਟਿੰਗਾਂ ਹੋਈਆਂ, ਤੇ ਹਰੀਸ਼ ਰਾਵਤ ਹੋਰਾਂ ਦਾ ਵੀ ਬਿਆਨ ਆਇਆ ਕਿ ਬੇਅਦਬੀ ਮਾਮਲੇ ਦੇ ਵਿੱਚ ਵੀ ਅਸੀਂ ਜਾਂਚ ਪੜਤਾਲ ਕਰਾਂਗੇ, ਤੇਜ਼ ਕਰਾਂਗੇ, ਕੋਈ ਨਾ ਕੋਈ ਕਿਸੇ ਨਾ ਕਿਸੇ ਹੱਲ ਦੇ ਉੱਤੇ ਸਾਡੀ ਸਰਕਾਰ ਜਿਹੜੀ ਉਹ ਪੰਜਾਬ ਸਰਕਾਰ ਪਹੁੰਚੇਗੀ। ਹਰੀਸ਼ ਰਾਵਤ ਹੋਰਾਂ ਦਾ ਵੀ ਬਿਆਨ ਆਇਆ। ਉਸ ਤੋਂ ਬਾਅਦ ਚ ਸੁਨੀਲ ਜਾਖੜ ਹੋਰਾਂ ਦਾ ਬਿਆਨ ਆਉਂਦਾ ਕਿ ਰਾਹੁਲ ਗਾਂਧੀ ਨੇ ਸਾਰਾ ਕੁਝ ਫਰੇਮ ਕਰ ਦਿੱਤਾ ਹੋਇਆ ਕਿ ਕੀ ਕਰਨਾ, ਕਿਵੇਂ ਕਰਨਾ, ਤੇ ਆਉਂਦੇ ਬਹੁਤ ਕੁਝ ਸਾਹਮਣੇ ਆ ਜਾਏਗਾ। ਇਹਨਾਂ ਗੱਲਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਹੋਰ ਸਰਗਰਮ ਹੋ ਗਿਆ ਔਰ ਲਗਾਤਾਰ ਹਰ ਰੋਜ਼ ਹੀ ਤਕਰੀਬਨ ਸੀਨੀਅਰ ਆਗੂ ਜਿਹੜੇ ਉਹ ਅਕਾਲੀ ਦਲ ਬਾਦਲ ਦੇ ਪ੍ਰੈਸ ਕਾਨਫਰੰਸ ਕਰਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ। ਕੱਲ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੂੰ ਆਪ ਦੇ ਵਿੱਚ ਸ਼ਾਮਲ ਕੀਤਾ ਗਿਆ, ਉਹ ਇੱਕ ਸੌਦੇਬਾਜ਼ੀ ਦੇ ਤਹਿਤ ਕੀਤਾ ਗਿਆ, ਉਹਦੇ ਪਿੱਛੇ ਕਾਂਗਰਸ ਦਾ ਵੀ ਹੱਥ ਆ। ਕੇਜਰੀਵਾਲ ਦੀ ਪਾਰਟੀ ਤੇ ਕਾਂਗਰਸੀ ਜਿਹੜੇ ਨੇ ਉਹ ਆਪਸ ਦੇ ਵਿੱਚ ਰਲੇ ਮਿਲੇ ਨੇ, ਇਹ ਸੌਦੇਬਾਜ਼ੀਆਂ ਕਰ ਰਹੇ ਆ। ਤੇ ਨਾਰਕੋ ਟੈਸਟ ਕਰਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਸਾਰਿਆਂ ਦੇ ਹੀ ਹੋਣੇ ਚਾਹੀਦੇ ਆ, ਸਾਰਾ ਸੱਚ ਸਾਹਮਣੇ ਆ ਜਾਏਗਾ। ਇਹ ਅਕਾਲੀ ਦਲ ਬਾਦਲ ਵਾਲੇ ਕਹਿ ਰਹੇ ਆ ਔਰ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ ਕਿ ਦੋਵਾਂ ਬਾਦਲਾਂ ਦੇ ਤੁਸੀਂ ਟੈਸਟ ਕਰਾ ਲਓ, ਪਤਾ ਲੱਗ ਜਾਏਗਾ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ। ਤੇ ਹੁਣ ਜਦੋਂ ਰਾਹੁਲ ਗਾਂਧੀ ਦਾ ਨਾਮ ਸੁਨੀਲ ਜਾਖੜ ਨੇ ਲੈ ਦਿੱਤਾ ਕਿ ਸਾਰਾ ਕੁਝ ਫਰੇਮ ਕਰ ਦਿੱਤਾ ਗਿਆ, ਉਹਨੂੰ ਫੜ ਕੇ ਫਿਰ ਵਿਕਰਮ ਮਜੀਠੀਆ ਹੋਰਾਂ ਨੇ ਇਹ ਗੱਲ ਆਖੀ ਆ ਕਿ ਅਸੀਂ ਰਾਹੁਲ ਗਾਂਧੀ ਦੇ ਖਿਲਾਫ ਵੀ, ਸੁਨੀਲ ਜਾਖੜ ਦੇ ਖਿਲਾਫ ਵੀ, ਵਿਜੀਲੈਂਸ ਦੇ ਚੀਫ BK ਉੱਪਲ ਜਿਨ੍ਹਾਂ ਨੂੰ ਇਹ ਵਰਤ ਰਹੀ ਆ, ਸਰਕਾਰੀ ਮਸ਼ੀਨਰੀ ਦੇ ਤੌਰ ਦੇ ਉੱਤੇ ਵਰਤ ਰਹੀ ਹੈ ਕੈਪਟਨ ਸਰਕਾਰ, ਤੇ ਕੈਪਟਨ ਦੇ ਸਲਾਹਕਾਰ ਭਰਪਿੰਦਰ ਚਾਹਲ, ਇਹਨਾਂ ਵਿਰੁੱਧ ਅਸੀਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿਆਂਗੇ ਜੀ ਕਿ ਇਹ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਝੂਠੇ ਗਵਾਹ ਖੜੇ ਕਰਕੇ ਜਾਂ ਚੋਰ ਮੋਰੀਆਂ ਦੇ ਰਾਹੀਂ ਆਪਣੇ ਬੰਦੇ ਫਿੱਟ ਕਰਕੇ ਜਾਣ ਬੁੱਝ ਕੇ ਬਾਦਲ ਪਿਓ ਪੁੱਤ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਅਸੀਂ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿਆਂਗੇ। ਮਤਲਬ
ਕਹਿ ਸਕਦੇ ਹਾਂ ਕਿ ਦੇਖੋ ਇਨਸਾਫ ਦੀ ਗੱਲ ਮੇਰੇ ਖਿਆਲ ਦੇ ਵਿੱਚ ਜਿੰਨੀ ਸਿੱਖ ਕੌਮ ਨੂੰ ਇਨਸਾਫ ਦਾ ਜਿਹੜਾ ਸ਼ਬਦ ਹੈ ਨਾ ਉਹਦਾ ਦਰਦ ਜਿੰਨੀ ਸ਼ਿੱਦਤ ਨਾਲ ਸਿੱਖ ਕੌਮ ਨੇ ਮਹਿਸੂਸ ਕੀਤਾ ਸ਼ਾਇਦ ਦੁਨੀਆ 'ਚ ਕਿਸੇ ਹੋਰ ਕੌਮ ਨੇ ਮਹਿਸੂਸ ਕੀਤਾ ਹੋਵੇ ਕਿ ਸਾਡੇ ਨੇੜੇ ਤੇੜੇ ਵੀ ਇਨਸਾਫ ਨਹੀਂ ਪਹੁੰਚਦਾ ਇਹੋ ਜਿਹੀਆਂ ਹਕੂਮਤਾਂ 10 ਸਾਲ ਤੁਸੀਂ ਰਹੇ ਹੋ ਕਿੰਨਾ ਚਿਰ ਤੁਸੀਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਤੁਸੀਂ ਜਾਂਚ ਦੀ ਗੱਲ ਕਰਦੇ ਰਹੇ ਹੁਣ ਜਦੋਂ ਕੈਪਟਨ ਸਰਕਾਰ ਦਾ ਕਾਰਜਕਾਲ ਮੁੱਕਣ ਤੇ ਆ ਗਿਆ ਹੁਣ ਇੱਕਦਮ ਸਰਗਰਮੀ ਤੇਜ਼ ਕਰ ਦਿੱਤੀ ਸਾਨੂੰ ਸਾਰਿਆਂ ਨੂੰ ਪਤਾ ਕਿ ਸਿਆਸਤ ਹੋ ਰਹੀ ਹੈ ਜੀ ਭਾਵੇਂ ਕੋਈ ਵੀ ਤੇਰਾ ਭਾਜਪਾ ਵਾਲੇ ਕਹਿ ਰਹੇ ਆ ਕਿ ਸਾਡੀ ਸਰਕਾਰ ਆਵੇਗੀ ਅਸੀਂ ਤਾਂ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇ ਦਿਆਂਗੇ ਆਮ ਆਦਮੀ ਪਾਰਟੀ ਵਾਲੇ ਵੀ ਇਹੋ ਜਿਹੇ ਬਿਆਨ ਦੇ ਰਹੇ ਆ ਕੈਪਟਨ ਸਾਹਿਬ ਨੇ ਤੇ ਸੌਹਾਂ ਖਾ ਲਈਆਂ ਸੀ ਉਹਨਾਂ ਨੇ ਕੀ ਕੀਤਾ ਉਹ ਸਾਰਿਆਂ ਨੂੰ ਪਤਾ ਹੁਣ ਵੀ ਜੋ ਕੁਝ ਹੋ ਰਿਹਾ ਸਾਡੇ ਕਸੂਰ ਸਾਡੇ ਲੋਕਾਂ ਦਾ ਹੀ ਆਉਂਦਾ ਲਾ ਪਾ ਕੇ ਗੱਲ 100 ਗਜ ਰੱਸਾ ਸਿਰੇ ਤੇ ਗੰਢ ਕਿ ਲੋਕ ਸਾਰਾ ਕੁਝ ਭੁੱਲ ਗਏ ਕਾਲੀਆਂ ਝੰਡੀਆਂ ਲਾਈਆਂ ਗਈਆਂ ਕਿੰਨੀ ਬੁਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਅੱਜ ਝੰਡੀਆਂ ਕਿੱਥੇ ਗਈਆਂ ਅੱਜ ਉਹਨਾਂ ਵਾਸਤੇ ਰੈੱਡ ਕਾਰਪਟ ਵਿਛਾਏ ਜਾ ਰਹੇ ਆ ਬਿਲਕੁਲ 100 ਹੱਥ ਰਸਾ ਸਿਰੇ ਤੇ ਤੁਸੀਂ ਬਿਲਕੁਲ ਫਿਰ ਇਨਸਾਫ ਦੀ ਗੱਲ ਥੋੜੇ ਜਿਹੇ ਲੋਕ ਨੇ ਜਿਹੜੇ ਇਨਸਾਫ ਦੀ ਗੱਲ ਕਰਦੇ ਨੇ ਜਾਂ ਜਿਹੜੇ ਤੜਪਦੇ ਨੇ ਜਾਂ ਫਿਰ ਜਿਨ੍ਹਾਂ ਨੇ ਤੇ ਸਿਆਸੀ ਰੋਟੀਆਂ ਸੇਕਣੀਆਂ ਨੇ ਜਾਂ ਇਨਸਾਫ ਦੀ ਗੱਲ ਉਹ ਕਰ ਰਿਹਾ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਤੇ ਆਖਰ ਦੇ ਵਿੱਚ ਗੱਲ ਇਹ ਮੁੱਕਦੀ ਹੈ ਕਿ ਇਹ ਜਿਹੜੀ ਮਤਲਬ ਲੀਡਰ ਕੌਮ ਜਿਹੜੀ ਸਾਡੀ ਜਿਹੜੀ ਹੈ ਜਿਹਨੇ ਆਪਣਾ ਜ਼ਮੀਰ ਵੇਚਿਆ ਹੋਇਆ ਗਹਿਣੇ ਪਾਇਆ ਹੋਇਆ ਸਿਰਫ ਨੌਕਰੀਆਂ ਦੀ ਖਾਤਰ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਹੈ ਚੌਧਰ ਦੀ ਖਾਤਰ ਜਾਂ ਆਪਣੀਆਂ ਕੁਰਸੀਆਂ ਦੀ ਖਾਤਰ ਜਿਹੜਾ ਹੈ ਇਹਨਾਂ ਨੇ ਆਪਣੇ ਆਪ ਨੂੰ ਤਾਂ ਗਿਰਵੀ ਰੱਖਿਆ ਹੀ ਹੋਇਆ ਹੈ ਕੌਮ ਨੂੰ ਗਿਰਵੀ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਕੌਮ ਦੇ ਵਿੱਚ ਮਰਜੀਵੜੇ ਜਿਹੜੇ ਲੋਕ ਨੇ ਕੁਝ ਅਣਖੀ ਲੋਕ ਨੇ ਉਹ ਇਹਨਾਂ ਦੀ ਉਹ ਚੀਜ਼ ਨੂੰ ਸਮਝ ਚੁੱਕੇ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹਾਰੀ ਹੋਈ ਹੁਣ ਇਸ ਵਕਤ ਕੌਮ ਜਿੱਤਣ ਦੀ ਕੋਸ਼ਿਸ਼ ਕਰ ਰਹੀ ਇਨਸਾਫ ਜ਼ਰੂਰ ਮਿਲੇਗਾ ਉਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਅਮਨ ਜੀ ਵੇਖੀ ਚੱਲਿਓ ਤੁਸੀਂ ਇੱਥੇ ਸਭ ਕੁਝ ਹੈ ਜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ ਆ ਕੇ ਇਨਸਾਫ ਕਰ ਦੇਵਾਂਗੇ ਇਹ ਮਤ ਸੋਚੋ ਕਿ ਉਹਨਾਂ ਨੇ ਕੋਈ ਇਨਸਾਫ ਕਰਨਾ ਹੈ ਸਰਕਾਰਾਂ ਚਲਾਉਣ ਵਾਲੇ ਕੋਈ ਹੋਰ ਹੀ ਹੁੰਦੇ ਨੇ ਇਹ ਸਿਰਫ ਮੋਹਰੇ ਆ ਕੇ ਬੈਠਦੇ ਨੇ ਤੇ ਇਹਨਾਂ ਮੋਹਰਿਆਂ ਨੇ ਜੇਕਰ ਮਾੜਾ ਮੋਟਾ ਕੋਈ ਕਿਤੇ ਕਰਨਾ ਵੀ ਹੋਵੇ ਤਾਂ ਉਹ ਕਰਨ ਨਹੀਂ ਦਿੰਦੇ ਸੋਚ ਵੀ ਨਹੀਂ ਸਕਦੇ ਤੁਸੀਂ ਤਰਸ ਦੇ ਆਧਾਰ ਤੇ ਧਨਾਡਾ ਨੂੰ ਨੌਕਰੀਆਂ ਮਿਲਦੀਆਂ ਨੇ ਰਹਿਮ ਦੇ ਆਧਾਰ ਤੇ ਧਨਾਡਾ ਨੂੰ ਨੌਕਰੀਆਂ ਮਿਲਦੀਆਂ ਨੇ ਉਹ ਕਹਿੰਦੇ ਅਸੀਂ ਮੰਗੀਆਂ ਨਹੀਂ ਇਹ ਉਹਨਾਂ ਨੂੰ ਸੋਨੇ ਦੀਆਂ ਥਾਲੀਆਂ 'ਚ ਪਰੋਸ ਕੇ ਨੌਕਰੀਆਂ ਦੇ ਰਹੇ ਪਰ ਜਿਹੜੇ ਤਰਸ ਦੇ ਆਧਾਰ ਤੇ ਜਿਹੜੇ ਆਪਣੇ ਹੱਕ ਵਾਸਤੇ ਨੌਕਰੀ ਲੈਣ ਜਾਂਦੇ ਨੇ ਉਹਨਾਂ ਤੇ ਤੇਲ ਲਾ ਕੇ ਲਾਠੀਆਂ ਪਹਿਲਾਂ ਰੱਖੀਆਂ ਹੁੰਦੀਆਂ ਖਾਕੀ ਵਾਲਿਆਂ ਨੇ ਤੇ ਦੇਹ ਤੇਰੇ ਦੀ ਭਰਾਉਣਾ ਸ਼ੁਰੂ ਕਰ ਦਿੰਦੇ ਭੁੱਲ ਜਾਂਦੇ ਵੀ ਸ਼ਾਇਦ ਹੋ ਸਕਦਾ ਹੈ ਦੂਰੋਂ ਨੇੜਿਓਂ ਮੇਰੇ ਚਾਚੇ ਤਾਏ ਦੀ ਭੂਆ ਦੀ ਜਾਂ ਇੰਗੜੀ ਪੜਿੰਗੀ 'ਚੋਂ ਮੇਰੇ ਖਾਨਦਾਨ ਦੀ ਕੁੜੀ ਹੀ ਹੋਵੇ ਸ਼ਾਇਦ ਮੰਗਣ ਵਾਲੀ ਹੱਕ ਜਿਹ 'ਤੇ ਮੈਂ ਲਾਠੀ ਵਰਾ ਰਿਹਾ ਜੇ ਨਹੀਂ ਤਾਂ ਉਹ ਕਿਸੇ ਦੀ ਧੀ ਤਾਂ ਹੈ ਕਿਸੇ ਦਾ ਪੁੱਤ ਤਾਂ ਹੈ ਜਦੋਂ ਇਹ ਲਾਠੀ ਚਾਰਜ ਕਰਦੇ ਨੇ ਸ਼ਾਇਦ ਇਹਨਾਂ ਦੇ ਹੱਥ ਨਹੀਂ ਕੰਮਦੇ ਕਿਉਂ ਨਹੀਂ ਕੰਮਦੇ ਤਾਂ ਰੱਬ ਜਾਣਦਾ ਪਰੰਤੂ ਲਗਾਤਾਰ ਉਹਨਾਂ ਤੇ ਲਾਠੀ ਚਾਰਜ ਹੋ ਰਹੇ ਨੇ ਜੀ ਨੌਕਰੀਆਂ ਦੀ ਗੱਲ ਕੀਤੀ ਦਿਲਬਾਗ ਜੀ ਪਹਿਲਾਂ ਤਾਂ ਜਿਹੜੀਆਂ ਦੋ ਤਰਸ ਦੇ ਆਧਾਰ ਦੇ ਉੱਤੇ ਕਾਂਗਰਸੀ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਕੈਪਟਨ ਸਾਹਿਬ ਨੂੰ ਕੈਪਟਨ ਸਰਕਾਰ ਨੂੰ ਜਾਂ ਜਿਨ੍ਹਾਂ ਨੇ ਵੀ ਇਹਨਾਂ ਦੋ ਨੌਕਰੀਆਂ ਦੀ ਹਮਾਇਤ ਕੀਤੀ ਉਹਨਾਂ ਨੂੰ ਟਾਵਰ ਦੇ ਉੱਤੇ ਚੜੇ ਦੋ ਬੇਰੁਜ਼ਗਾਰ ਨਹੀਂ ਦਿਖ ਰਹੇ ਉਹਨਾਂ ਤੇ ਤਰਸ ਨਹੀਂ ਆਇਆ ਜਿਹੜੇ 5-6 ਦਿਨ ਤੋਂ ਉਹਨਾਂ ਨੇ ਮਰਨ ਵਰਤ ਵੀ ਉੱਥੇ ਰੱਖ ਦਿੱਤਾ ਤੇ ਪਤਾ ਨਹੀਂ ਕਿੰਨੇ ਹਫ਼ਤਿਆਂ ਤੋਂ ਟਾਵਰ ਦੇ ਉੱਤੇ ਚੜੇ ਹੋਏ ਨੇ ਸ਼ਾਹੀ ਸ਼ਹਿਰ ਦੇ ਵਿੱਚ ਤੇ ਇੱਥੇ ਜਿਹੜੇ EGT ਟੈਟ ਪਾਸ ਅਧਿਆਪਕ ਨੇ ਉਹ ਲੰਮੇ ਸਮੇਂ ਤੋਂ ਰੋਸ ਮੁਜ਼ਾਹਰੇ ਕਰਦੇ ਨੇ ਧਰਨੇ ਲਾ ਕੇ ਬੈਠੇ ਆ ਪਤਾ ਨਹੀਂ ਕਿੰਨੀ ਵਾਰੀ ਪੁਲਿਸ ਤੋਂ ਕੁੱਟ ਖਾ ਚੁੱਕੇ ਆ ਇਹਨਾਂ ਲੋਕਾਂ ਨੂੰ ਤਰਸ ਨਹੀਂ ਆਇਆ ਕੱਚੇ ਅਧਿਆਪਕ ਜਿਹੜੇ ਨੇ ਉਹ ਪੱਕੀ ਨੌਕਰੀ ਦੀ ਮੰਗ ਕਰ ਰਹੇ ਆ ਜਿਨ੍ਹਾਂ ਨੂੰ 6-7 ਹਜ਼ਾਰ ਰੁਪਇਆ ਪਿਛਲੇ 18 ਸਾਲ ਤੋਂ 6-7 ਹਜ਼ਾਰ ਰੁਪਏ ਦੀ ਤਨਖਾਹ ਦੇ ਉੱਤੇ ਕੰਮ ਕਰਦੇ ਆ ਰਹੇ ਆ ਜਿੰਨੇ ਵੀ ਸਰਕਾਰ ਨੇ ਯੋਗਤਾ ਲਈ ਟੈਸਟ ਰੱਖੇ ਉਹ ਸਾਰੇ ਦੇ ਸਾਰੇ ਇਹ ਲੋਕ ਪਾਸ ਕਰ ਚੁੱਕੇ ਆ ਸਾਰੇ ਦੇ ਸਾਰੇ ਇਸੇ ਕਰਕੇ ਉਹ ਆਪਣੇ ਹੱਕ ਮੰਗ ਰਹੇ ਆ ਔਰ ਉਹ ਮੋਹਾਲੀ ਦੇ ਵਿੱਚ ਧਰਨਾ ਲਾ ਕੇ ਬੈਠੇ ਆ ਉਹਨਾਂ ਨੂੰ ਵੀ ਇਨਕਾਰ ਕਰ ਦਿੱਤਾ ਗਿਆ ਹਾਲੇ ਤੱਕ ਕੋਈ ਲੜ ਪੱਲਾ ਉਹਨਾਂ ਨੂੰ ਵੀ ਸਰਕਾਰ ਨੇ ਨਹੀਂ ਫੜਾਇਆ ਤੇ ਕੱਲ ਜਿਹੜੇ ਪੈਰਾ ਐਥਲੀਟ ਉਹਨਾਂ ਨੂੰ ਜਿਸ ਤਰ੍ਹਾਂ ਉੱਥੇ ਕੁੱਟਿਆ ਗਿਆ ਪੁਲਿਸ ਵੱਲੋਂ ਬਾਅਦ ਵਿੱਚ ਕੈਪਟਨ ਸਾਹਿਬ ਨੇ ਫਿਰ ਵੀਡੀਓ ਕਾਲ ਕੀਤੀ ਉਹਨਾਂ ਤੋਂ ਮਾਫੀ ਮੰਗਦੇ ਨੇ ਇਹੋ ਜਿਹੇ ਡਰਾਮੇ ਕਰਨਗੇ 6-7 ਮਹੀਨੇ ਹੋਰ ਨੇ ਕਰਦੇ ਰਹਿਣਗੇ ਪਰ ਗੱਲ ਇਹ ਆ ਕਿ ਤੁਸੀਂ ਸਾਰਿਆਂ ਦੇ ਇਹਨਾਂ ਸਾਰੇ ਲੋਕਾਂ ਨਾਲ ਕੈਪਟਨ ਸਾਹਿਬ ਨੇ ਵੀ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਉਸ ਤੋਂ ਪਹਿਲਾਂ ਜਦੋਂ ਬਾਦਲ ਸਰਕਾਰ ਆਈ ਆ ਉਦੋਂ ਉਹ ਇਹਨਾਂ ਨਾਲ ਵਾਅਦੇ ਕਰਦੇ ਰਹੇ ਇਹ ਲੋਕ ਉਦੋਂ ਵੀ ਵਰਤੇ ਗਏ ਇਹ ਲੋਕ ਅੱਜ ਵੀ ਵਰਤੇ ਜਾ ਰਹੇ ਆ ਕੱਲ ਨੂੰ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਪਤਾ ਨਹੀਂ
ਕਿ ਕੱਲ ਕੌਣ ਆਏਗਾ, ਉਹ ਇਹਨਾਂ ਦੀ ਗੱਲ ਸੁਣੇਗਾ ਨਹੀਂ ਸੁਣੇਗਾ। ਇੰਨੀ ਬੁਰੀ ਤਰ੍ਹਾਂ ਪੰਜਾਬ ਦੀ ਸਮੁੱਚੇ ਸਿਸਟਮ ਦੀ ਟਾਣੀ ਉਲਝੀ ਹੋਈ ਆ, ਉਹਨੂੰ ਸੁਲਝਾਉਣ ਵਾਸਤੇ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ? ਜੀ ਇਹ ਬਹੁਤ ਵੱਡਾ ਸਵਾਲ ਹੈ ਕਿ ਤੁਸੀਂ ਕੁੱਟਦੇ ਹੋ, ਹਿਰਾਸਤ ਚ ਲੈਂਦੇ ਹੋ, ਧੂਹ ਘੜੀਸ ਕਰਦੇ ਹੋ। ਪਹਿਲਾਂ ਉਹ ਕੁੱਟਦੇ ਰਹੇ, ਫਿਰ ਲੋਕਾਂ ਨੇ ਦੂਸਰੀ ਧਿਰ ਨੂੰ ਅਜ਼ਮਾ ਕੇ ਦੇਖ ਲਿਆ। ਉਦੋਂ ਕਾਂਗਰਸੀਆਂ ਨੂੰ ਹਮਦਰਦੀ ਹੁੰਦੀ ਸੀ ਕਿ ਦੇਖੋ ਜੀ ਫਲਾਣੇ ਲੀਡਰ ਨੇ, ਅਕਾਲੀ ਲੀਡਰ ਨੇ ਗੁੱਤੋਂ ਫੜ ਕੇ ਕੁੜੀਆਂ ਕੁੱਟੀਆਂ, ਉਹ ਨਾਲ ਗੰਢੇ ਫੜ ਕੇ ਪੁਲਿਸ ਦੇ ਖੋਕੇ, ਸਾਡੇ ਸਾਰਿਆਂ ਦੇ ਸਾਹਮਣੇ ਸਾਰਾ ਕੁਝ ਪਿਆ, ਮੀਡੀਆ ਦੇ ਵਿੱਚ ਪਿਆ। ਬਿਲਕੁਲ ਉਦੋਂ ਕਾਂਗਰਸ ਨੇ ਹਮਦਰਦੀ ਦਿਖਾਈ ਸੀ ਤੇ ਅੱਜ ਕਾਂਗਰਸੀ ਕੀ ਕਰ ਰਹੇ ਆ? ਕਾਂਗਰਸ ਦੀ ਸਰਕਾਰ ਦੇ ਵਿੱਚ ਅੱਜ ਕੀ ਹੋ ਰਿਹਾ? ਬਿਲਕੁਲ ਅੱਜ ਹਮਦਰਦੀ ਕਰਨ ਦੀ ਵਾਰੀ ਦੂਸਰੀ ਧਿਰ ਦੀ ਹੈ। ਔਰ ਅਮਨ ਜੀ ਇੱਕ ਆਖਰੀ ਹੈ ਸਮਾਂ, ਵੈਸੇ ਹਿੰਦੀ ਸਮਾਚਾਰ ਦਾ ਸਮਾਂ ਹੋਇਆ। ਕਿਸਾਨਾਂ ਨੂੰ ਕੇਂਦਰ ਨੇ ਨਵਾਂ ਪ੍ਰਸਤਾਵ ਲੈ ਕੇ ਆਉਣ ਲਈ ਕਿਹਾ ਹੈ, ਪਰੰਤੂ ਉਸ ਤੋਂ ਪਹਿਲਾਂ ਇੱਕ ਨਾ ਤੁਹਾਡੀ ਕਵਿਤਾ ਮੇਰੇ ਸਾਹਮਣੇ ਪਈ, ਕੋਈ ਕਿਤਾਬਾਂ ਤੁਹਾਡੀਆਂ 2 ਆਉਣ ਵਾਲੀਆਂ, 2 ਮੇਰੇ ਕੋਲ ਪਈਆਂ ਨੇ। ਅਸੀਂ ਲੰਡੇ ਹੁੰਦੇ ਹਾਂ, ਤੁਸੀਂ ਕਿਹਾ ਹੈ ਨਾ ਕਿ ਉਹ ਦਿਖਦੇ ਨਹੀਂ। ਬੰਦਾ ਹੁਣ ਕੱਲਾ ਬੰਦਾ ਕਿੱਥੇ ਰਹਿ ਗਿਆ? ਲੋਕ ਤੇ ਅਮਰਤਾ ਪ੍ਰੀਤਮ ਨੂੰ ਕਹਿੰਦੇ, ਉਹ ਬੜੀ ਅਮਰਤਾ ਪ੍ਰੀਤਮ ਚਲੋ ਬਹੁਤ ਵਧੀਆ ਲੇਖਕ ਮੰਨਦੇ ਆ, ਸਲੂਟ ਕਰਦੇ ਆ, ਪਰ ਉਸ ਵਕਤ ਜੇ ਤੁਹਾਡੀਆਂ ਆਹ ਕਲਮਾਂ ਲਿਖੀਆਂ ਹੁੰਦੀਆਂ ਤਾਂ ਸ਼ਾਇਦ ਤੁਹਾਡਾ ਨਾਮ ਵੀ ਕਿਤੇ ਮੋਟੇ ਅੱਖਰਾਂ 'ਚ ਅਖਬਾਰਾਂ ਦੇ ਵਿੱਚ ਛਪ ਜਾਂਦਾ, ਜਾਂ ਸਾਹਿਤ ਕਰਮੀਆਂ ਦੇ ਵਿੱਚ ਛਪ ਜਾਂਦਾ। ਛਪ ਜੇਗਾ ਕੋਈ ਨਹੀਂ, ਦੇਰ ਲੱਗਦੀ ਬੰਦੇ ਦੀ ਪਰਖ ਨੂੰ। ਕਈ ਵੈਰਾਈਟੀਆਂ 'ਚੋਂ ਮਿਲਣ ਲੱਗ ਪਿਆ ਬੰਦਾ, ਕੱਲਾ ਬੰਦਾ ਕਿੱਥੇ ਰਹਿ ਗਿਆ ਯਾਰ? ਕਈ ਵੈਰਾਈਟੀਆਂ 'ਚ ਮਿਲਣ ਲੱਗ ਪਿਆ। ਵੱਡੇ ਨਾਵਾਂ ਵਾਲੇ ਬੰਦੇ, ਵੱਡੇ ਵੱਡੇ ਕੱਦ ਵਾਲੇ ਬੰਦੇ, ਵੱਡੀਆਂ ਪੂਛਾਂ ਵਾਲੇ ਬੰਦੇ, ਜਗਾੜੂ ਕਿਸਮ ਦੇ ਬੰਦੇ, ਸਭ ਵੈਰਾਈਟੀਆਂ ਦੇ ਬੰਦੇ, ਖਾਸਮ ਖਾਸ ਦੀਆਂ। ਜ਼ਮੀਨਾਂ ਨਾਲ ਜੁੜੇ, ਮਿੱਟੀ ਦੇ ਜਾਏ, ਮਿੱਟੀ 'ਚ ਪਲਦੇ, ਮਿੱਟੀ 'ਚ ਘੁਲਦੇ, ਮਿੱਟੀ 'ਚ ਰੁਲਦੇ, ਨਿੱਕੇ ਜਿਹੇ ਨਾਮ ਨਾਲ ਜਾਣੇ ਜਾਂਦੇ। ਓਏ ਫਲਾਣਿਆ ਟਮਕਾਣਿਆ ਜੀ, ਜਿਨ੍ਹਾਂ ਦੇ ਨਾਮ ਨਾਲ ਜੱਚਦਾ ਨਹੀਂ। ਉਹ ਫਲਾਣਿਆ ਟਮਕਾਣਿਆ ਜੀ, ਜਿਨ੍ਹਾਂ ਦੇ ਨਾਮ ਦੇ ਨਾਲ ਜੱਚਦਾ ਨਹੀਂ। ਇਹ ਵੈਰਾਈਟੀ ਹੈ ਮਿੱਟੀ ਦੇ ਪੁੱਤ ਦੀ। ਆਮ ਬੰਦੇ ਜੋ ਹੁੰਦੇ ਨਹੀਂ ਕਦੇ ਵੀ ਖਾਸ, ਵੱਡਿਆਂ ਹੋ ਕੇ ਵੀ ਭਰਦੇ ਨੇ ਦਮ ਖਾਸਮ ਖਾਸਾਂ ਦੇ। ਇਹਨਾਂ ਦੇ ਸਾਵਾਂ ਦਾ, ਰਾਵਾਂ ਦਾ, ਹਰ ਹਾਲ ਦਾ, ਹਰ ਚਾਲ ਦਾ ਬਟਨ ਹੁੰਦਾ ਹੈ ਖਾਸਮ ਖਾਸ ਵੈਰਾਈਟੀ ਦੇ ਹੱਥ। ਤੇ ਸਾਨੂੰ ਪੁੱਛਦੇ, ਸਾਨੂੰ ਕੀ ਪੁੱਛਦੇ ਹੋ ਕਿ ਕਿਹੜੀ ਵੈਰਾਈਟੀ 'ਚੋਂ ਹਾਂ ਅਸੀਂ ਲੰਡੇ ਹੁੰਦੇ ਹਾਂ। ਨਾਮ ਵੱਡੇ ਨਾਮ ਪੁੱਛਦੀ ਤੇ ਨਾ ਵੱਡੀ ਪਛਾਣ ਦੀ ਪੁੱਛ। ਸੋ ਇਹ ਹੈ ਜੀ ਇਹਨਾਂ ਸਤਰਾਂ ਦੇ ਲੇਖਕ ਸਾਡੇ ਨਾਲ ਅਮਨ ਜੀ। ਇਹਨਾਂ ਦੀਆਂ 2 ਕਿਤਾਬਾਂ ਹੋਰ ਆਉਣ ਵਾਲੀਆਂ ਨੇ। ਕਿਸਾਨਾਂ ਨੂੰ ਕੇਂਦਰ ਨੇ ਨਵਾਂ ਪ੍ਰਸਤਾਵ ਲੈ ਕੇ ਆਉਣ ਲਈ ਕਿਹਾ ਹੈ। 1 ਮਿੰਟ ਦੇ ਵਿੱਚ ਵਾਈਂਡ ਅਪ ਕਰਨਾ ਅਮਨ ਜੀ। ਦਿਲਬਾਗ ਜੀ, ਤੇ 1 ਸਕਿੰਟ ਦੇ ਵਿੱਚ ਹੀ ਵਾਈਂਡ ਅਪ ਹੋ ਜਾਂਦਾ ਕਿ ਲਗਾਤਾਰ ਇੱਕੋ ਹੀ ਗੱਲ ਦੇ ਉੱਤੇ ਅੜੇ ਹੋਏ ਆ। ਅੱਜ ਫਿਰ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆ, ਕਿਉਂਕਿ ਕੱਲ ਨੂੰ ਕਿਸਾਨਾਂ ਨੇ 7 ਮਹੀਨੇ ਦਿੱਲੀ ਦੇ ਵਿੱਚ, ਦਿੱਲੀ ਬਾਰਡਰਾਂ ਦੇ ਉੱਤੇ ਪੂਰੇ ਹੋ ਰਹੇ ਅੰਦੋਲਨ ਦੇ, ਕੱਲ ਨੂੰ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਹਰੇ ਕਰਨੇ ਆ, ਗਵਰਨਰ ਹਾਊਸ ਦੇ ਵਿੱਚ ਜਾ ਕੇ ਮੰਗ ਪੱਤਰ ਦੇਣੇ ਆ। ਤੇ ਰਾਜਪਾਲ ਹੋਰਾਂ ਦਾ ਬਿਆਨ ਆ ਕਿ ਜਿੱਥੇ ਸਾਨੂੰ ਪ੍ਰਸ਼ਾਸਨ ਰੋਕੇਗਾ ਅਸੀਂ ਉੱਥੇ ਰੁਕਾਂਗੇ, ਪਰ ਅਸੀਂ ਗਵਰਨਰ ਤੱਕ ਆਪਣੇ ਮੰਗ ਪੱਤਰ ਜ਼ਰੂਰ ਪਹੁੰਚਾਵਾਂਗੇ। ਪੂਰੀ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਦਾ ਉਹਨਾਂ ਨੇ ਗੱਲ ਕੀਤੀ ਹੈ। ਤੇ ਜਦੋਂ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨੇ ਸਵਾਲ ਕੀਤੇ ਤੇ ਨਰਿੰਦਰ ਤੋਮਰ ਹੋਰਾਂ ਨੇ ਉਹੀ ਘੜਿਆ ਜਵਾਬ ਦਿੱਤਾ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਕਿਸਾਨ ਕੋਈ ਨਵਾਂ ਪ੍ਰਸਤਾਵ ਲੈ ਕੇ ਆਉਣ ਤਾਂ ਸਰਕਾਰ ਕਿਸੇ ਵੀ ਵੇਲੇ ਗੱਲਬਾਤ ਕਰਨ ਵਾਸਤੇ ਤਿਆਰ ਆ। ਉੱਥੇ ਹੀ ਅੜੇ ਹੋਏ ਨੇ ਉਹ। ਬਹੁਤ ਮਿਹਰਬਾਨੀ, ਥੈਂਕ ਯੂ। ਸ਼ਾਮ ਨੂੰ ਮਿਲਦੇ ਹਾਂ ਜੀ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।